मेरा कलगियां वाला जी राज में राजा जोग में जोगी। मेरा कलगियां वाला जी राज में राजा जोग में जोगी। मेरा कलगियां वाला जी राज में राजा जोग में जोगी। मेरा कलगियां वाला जी राज में राजा जोग में जोगी। राज में राजा जोग में जोगी। मेरा कलगियां वाला जी राज में राजा जोग में जोगी। मेरा कलगियां वाला जी पुत्रां दा दानी पुत्रां दा दानी। मेरा कलगियां वाला जी पुत्रां दा दानी पुत्रां दा दानी। मेरा कलगियां वाला जी पुत्रां दा दानी पुत्रां दा दानी। मेरा कलगियां वाला जी पुत्रां दा दानी पुत्रां दा दानी। पुत्रां दा दानी पुत्रां दा दानी। मेरा कलगियां वाला जी पुत्रां दा दानी पुत्रां दा दानी। राज में राज जोग में जोगी तप में तीसर गृहस्थ में भोगी। त्याय त्याय भगत सुख पाया नानक तिस पुरख का अंत न पाया। परम सत्कारयोग गुरां दी सज्जी और नवाजी हुई साध संगत जी, ਅੰਮ੍ਰਿਤ ਵੇਲੇ ਦੇ ਸਮੇਂ ਨੂੰ ਮੁੱਖ ਰੱਖਦੇ ਹਾਂ। ਰੋਜ਼ਾਨਾ ਦੀ ਤਰ੍ਹਾਂ ਤਨ ਕਰਕੇ ਮਨ ਕਰਕੇ ਧਨ ਕਰਕੇ ਸੰਗਤ ਹਾਜ਼ਰੀ ਭਰ ਰਹੀ ਹੈ। ਵੱਡੇ ਭਾਗ ਹਨ। ਇਸ ਕਰਕੇ ਇਹ ਵਡਭਾਗੀ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ। ਹਰ ਇੱਕ ਮਨੁੱਖ ਦੇ ਕਰਮਾਂ ਵਿੱਚ ਸੰਗਤ ਨਹੀਂ ਹੁੰਦੀ ਹੈ। ਅਸਲ ਸੰਗਤ ਮਹਾਰਾਜ ਜੀ ਕਹਿੰਦੇ ਉਹਨੂੰ ਕਹਿੰਦੇ ਆ ਜਿੱਥੇ ਸੱਤ ਔਰ ਅਸਤ ਦੀ ਵਿਚਾਰ, ਝੂਠ ਅਤੇ ਸੱਚ ਦੀ ਵਿਚਾਰ ਹੁੰਦੀ ਹੋਵੇ। ਝੂਠ ਕੀ ਹੈ, ਸੱਚ ਕੀ ਹੈ। ਤੇ ਗੁਰੂ ਜੀ ਕਾ ਉਹਦਾ ਨਾਮ ਲੈ ਕੇ ਕਹਿੰਦੇ ਨੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ ਹੈ। ਤੇ ਇਹ ਸੰਗਤ ਗੁਰੂ ਦੇ ਚਰਨਾਂ ਦੇ ਵਿੱਚ ਹੁੰਦੀ ਹੈ। ਤੇ ਪ੍ਰਾਪਤ ਕਿਹਨਾਂ ਨੂੰ ਹੁੰਦੀ ਹੈ? ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀ। ਇਸ ਕਰਕੇ ਆਓ ਅੰਮ੍ਰਿਤ ਵੇਲੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਛੋਟੇ ਵੱਡੇ ਲਾਲਾਂ ਦੇ ਚਰਨਾਂ ਦੇ ਵਿੱਚ, ਮਾਤਾ ਗੁਜਰ ਕੌਰ ਜੀ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੇ ਆ ਰਹੇ ਹਾਂ। ਬੇੜਾ ਚੱਲ ਰਿਹਾ ਮਹਾਰਾਜ ਦਾ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬੇੜਾ ਚੱਲ ਰਿਹਾ ਹੈ, ਜਿਹਦੇ ਵਿੱਚ ਸ਼ਹੀਦੀ ਪਰਿਵਾਰ ਬੈਠਾ ਸਾਰਾ। ਜਿਹਦੇ ਉਸ ਬੇੜੇ ਦੇ ਮਲਾਹ ਕੌਣ ਨੇ? ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ। ਇੱਕ ਮਲਾਹ ਦੇ ਸਿਰ ਤੇ ਬੇੜਾ ਚੱਲਦਾ ਹੈ ਨਾ। ਸ਼ਹੀਦੀ ਕਿੱਥੋਂ ਸ਼ੁਰੂ ਹੋ ਗਈ? ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੋਂ। ਭਾਵੇਂ ਸ਼ਹਾਦਤ ਦਾ ਤਾਂ ਦੌਰ ਜਿਹੜਾ ਨਾ ਇਹ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਸ਼ੁਰੂ ਹੋ ਗਿਆ ਸੀ। ਪਰ ਜੇ ਗੁਰੂਆਂ ਦੇ ਵਿੱਚ ਦੇਖੀਏ, ਗੁਰੂਆਂ ਦੇ ਵਿੱਚ ਸਭ ਤੋਂ ਪਹਿਲੀ ਸ਼ਹੀਦੀ ਗੁਰੂ ਅਰਜਨ ਦੇਵ ਮਹਾਰਾਜ ਦੀ ਹੋਈ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਸਮੇਂ ਲਾਹੌਰ ਦੇ ਸੂਬੇ ਨੇ ਲਾਹੌਰ ਸ਼ਹਿਰ ਨੂੰ ਅੱਗ ਲਾਤੀ, ਜਿਹਨੂੰ ਗੁਰਬਾਣੀ ਵਿੱਚ ਮਹਾਰਾਜ ਜੀ ਨੇ ਫਰਮਾਨ ਕਰਿਆ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਭਾ ਪਹਿਰ। ਲਾਹੌਰ ਦੇ ਸੂਬੇ ਨੇ ਅੱਗ ਲਾਤੀ, ਲਾਹੌਰ ਦੇ ਉਸ ਸ਼ਹਿਰ ਨੂੰ। ਤੇ ਲੋਕ ਘਰਾਂ ਚੋਂ ਨਿਕਲਦੇ ਨੇ, ਬਾਹਰ ਭੱਜਦੇ ਨੇ, ਦੌੜਦੇ ਨੇ, ਕੋਈ ਕਿੱਧਰ ਜਾਂਦਾ, ਕੋਈ ਕਿੱਧਰ ਜਾਂਦਾ ਹੈ। ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਲਾਹੌਰ ਸ਼ਹਿਰ ਵਿੱਚ ਪਹੁੰਚੇ ਹੋਏ ਨੇ। ਜਦੋਂ ਏਮਨਾਬਾਦ ਦੀ ਧਰਤੀ ਤੋਂ ਮਹਾਰਾਜ ਜੀ ਅੱਗੇ ਗਏ, ਭਾਈ ਲਾਲੋ ਜੀ ਨੂੰ ਇਹ ਸਾਰਾ ਸੰਦੇਸ਼ਾ ਦੇ ਗਏ ਸੀ ਮਹਾਰਾਜ ਜੀ।
ਧੰਨ ਗੁਰੂ ਨਾਨਕ ਨੇ ਸੰਕੇਤ ਦੇ ਦਿੱਤਾ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਜੀਆਂ ਬ੍ਰਾਹਮਣ ਕੀ ਗੱਲ ਥਕੀ, ਅਗਦ ਪੜੈ ਸਤਾਨ ਵੇ ਲਾਲੋ। ਇਹ ਤਕਰੀਬਨ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ। ਕਹਿੰਦੇ 13 ਵਾਰੀ ਭਾਈ ਲਾਲੋ ਨੂੰ ਸੰਬੋਧਨ ਕਰਕੇ ਮਹਾਰਾਜ ਜੀ ਨੇ ਸਮਝਾਉਣਾ ਕੀਤਾ। ਫਿਰ ਆਖਰੀ ਸਮਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਲਿਖਿਆ, ਆਵਣ 78 ਜਾਣ 97, ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਨਾਏ ਸੀ ਸੱਚ ਕੀ ਵੇਲਾ। ਉਹ ਸਮਾਂ ਮਹਾਰਾਜ ਜੀ ਕਹਿੰਦੇ ਆਉਣ ਵਾਲਾ ਹੈ, ਆਵਣ 78 ਜਾਣ 97, ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਮਹਾਰਾਜ ਜੀ ਕਹਿੰਦੇ ਕੋਈ ਐਸਾ ਸੂਰਮਾ ਜਿਹੜਾ ਆਵੇਗਾ ਮਹਾਨ, ਜਿਹੜਾ ਇਸ ਪਾਪਾਂ ਦੇ ਪਹਾੜ ਨੂੰ ਢਾਵੇਗਾ ਆ ਕੇ। ਤੇ ਇਹ ਸੰਕੇਤ ਦੇ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਅੱਗੇ ਲਾਹੌਰ ਦੀ ਧਰਤੀ ਵਿੱਚ ਚਲੇ ਗਏ ਸੀ, ਜਿੱਥੇ ਲਾਹੌਰ ਦੇ ਸੂਬੇ ਨੇ ਕੰਮ ਕੀਤਾ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਹਰ ਬੈਠੇ ਨੇ ਤੇ ਉਧਰ ਲਾਹੌਰ ਸ਼ਹਿਰ ਨੂੰ ਅੱਗ ਲੱਗੀ ਹੋਈ ਹੈ। ਉੱਥੇ ਫਿਰ ਇਹ ਸ਼ਬਦ ਉਚਾਰਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਵਿੱਤਰ ਸ਼ਬਦ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਤੇ ਧੰਨ ਭਾਈ ਮਰਦਾਨਾ ਭਾਈ ਵਾਲਾ ਗੁਰੂ ਜੀ ਦੇ ਸੇਵਕ ਨੇ। ਲੋਕ ਆਪੋ ਆਪਣੇ ਘਰਾਂ ਵਿੱਚੋਂ ਭੱਜ ਰਹੇ, ਜਦੋਂ ਘਰ ਮੱਚ ਰਹੇ ਨੇ ਅੰਦਰ, ਕਈ ਜਿਉਂਦੇ ਸੜ ਗਏ ਉਹਦੇ ਵਿੱਚ, ਕਈ ਮਾਮਾ ਦੇ ਪੁੱਤਰ ਸੜ ਗਏ, ਕਈ ਮਾਮਾ ਬਜ਼ੁਰਗ ਮਾਮਾ ਸੜ ਗਈਆਂ, ਜਾਨਵਰ ਉੱਡ ਉੱਡ ਕੇ ਭੱਜ ਰਹੇ ਨੇ। ਤੇ ਉੱਥੋਂ ਦੇ ਰਹਿਣ ਵਾਲਾ ਇੱਕ ਭਾਈ ਤਾਰਾ ਜੀ ਕਰਕੇ ਹੋਇਆ, ਮਹਿਰਿਆਂ ਦਾ ਬੱਚਾ ਹੈ। ਉਹਦੇ ਘਰ ਦੇ ਵਿੱਚ ਇੱਕ ਭੈਣ ਹੈ, ਇੱਕ ਮਾਂ ਹੈ, ਪਿਤਾ ਸਿਰ ਤੇ ਨਹੀਂ ਹੈ। ਉਸ ਭਾਈ ਤਾਰੇ ਨੇ ਆਪਣੇ ਘਰ ਵਿੱਚੋਂ ਇੱਕ ਬਾਲਟੀ ਚੁੱਕੀ ਪਾਣੀ ਵਾਲੀ, ਭਰ ਕੇ ਪਾਣੀ ਦੀ ਬਾਲਟੀ ਨਲਕੇ ਤੋਂ ਜਾ ਕੇ ਭੱਜ ਕੇ ਲਾਹੌਰ ਸ਼ਹਿਰ ਵਿੱਚ ਪਾਇਆ ਹੁੰਦਾ, ਫੇਰ ਮੁੜ ਆਉਂਦਾ ਹੈ। ਫੇਰ ਦੂਸਰੀ ਬਾਲਟੀ ਭਰ ਕੇ ਜਾਂਦਾ, ਤੇਜ਼ੀ ਨਾਲ ਜਾਂਦਾ, ਫੇਰ ਪਾ ਕੇ ਮੁੜ ਆਉਂਦਾ ਹੈ। ਥੋੜੀ ਜਿਹੀ ਅੱਗ ਬੁਝਦੀ ਹੈ, ਜਦੋਂ ਪਾਣੀ ਲੈਣ ਜਾਂਦਾ ਉਦੋਂ ਨੂੰ ਆਉਂਦਿਆਂ ਨੂੰ ਫੇਰ ਅੱਗ ਉਨੀ ਤੇਜ਼ ਹੋ ਜਾਂਦੀ ਹੈ। ਭਾਈ ਤਾਰਾ ਜੀ ਸਿਪਾਹੀਆਂ ਨੇ ਫੜ ਕੇ ਪੁੱਛਿਆ, ਓਏ ਤੂੰ ਇਹ ਕੀ ਕਰਦਾ? ਕਹਿੰਦਾ ਮੈਂ ਪਰੋ ਉਪਕਾਰ, ਪਰਾਏ ਤੇ ਉਪਕਾਰ ਕਰਨਾ, ਪਰੋ ਉਪਕਾਰ, ਦੂਸਰੇ ਦਾ ਭਲਾ ਕਰਨਾ। ਭਾਵ ਅੱਜ ਦੂਸਰੇ ਦਾ ਭਲਾ ਕਰਨ ਵਾਸਤੇ ਘੱਟ ਨੇ ਮਨੁੱਖ, ਪਰਾਏ ਦਾ, ਦੂਸਰੇ ਦਾ ਭਲਾ ਕਰਨ ਵਾਸਤੇ। ਮੈਂ ਦੂਸਰਿਆਂ ਦਾ ਭਲਾ ਕਰਦਾ, ਮੇਰੇ ਗੁਰੂ ਨਾਨਕ ਨੇ ਇਹੋ ਹੀ ਸਿਖਾਇਆ ਮੈਨੂੰ। ਤੇ ਭਾਈ ਤਾਰਾ ਜੀ ਫੇਰ ਚੌਥੀ ਬਾਲਟੀ ਭਰ ਲਿਆਏ। ਪੁਲਿਸ ਵਾਲੇ ਨੇ ਕਿਹਾ, ਸਮੇਂ ਦੀ ਸਰਕਾਰ ਨੇ ਕਿਹਾ, ਓਏ ਤੂੰ ਇਹ ਕੰਮ ਛੱਡ ਦੇ, ਤੇਥੋਂ ਨਹੀਂ ਹੋਣਾ, ਰਹਿਣ ਦੇ, ਤੇਰੀ ਇੱਕ ਬਾਲਟੀ ਨਾਲ ਪਾਣੀ ਨਹੀਂ ਬੁਝਣਾ, ਅੱਗ ਨਹੀਂ ਬੁਝਦੀ ਹੈ ਜਿਹੜੀ। ਭਾਈ ਤਾਰਾ ਜੀ ਕਹਿਣ ਲੱਗੇ, ਠੀਕ ਹੈ ਮੈਨੂੰ ਪਤਾ ਹੈ ਵੀ ਮੇਰੀ ਇੱਕ ਬਾਲਟੀ ਨਾਲ ਨਹੀਂ ਬੁਝਣੀ, ਪਰ ਮੈਂ ਪਰਉਪਕਾਰ ਕਰਨੋਂ ਹਟਣਾ ਨਹੀਂ। ਜਿੰਨਾ ਚਿਰ ਮੇਰੇ ਘੰਡ ਵਿੱਚ ਸਵਾਸ ਨੇ ਉਹਨਾਂ ਚਿਰ ਮੈਂ ਪਰਉਪਕਾਰ ਕਰੀ ਜਾਣਾ ਹੈ। ਅਖੀਰ ਜਦੋਂ ਨਾ ਹਟਿਆ, ਭਾਈ ਤਾਰੇ ਨੂੰ ਚੁੱਕ ਕੇ ਮੱਚ ਦੀ ਅੱਗ ਦੇ ਵਿੱਚ ਜਿਉਂਦੇ ਬੰਦੇ ਨੂੰ ਸੁੱਟ ਦਿੱਤਾ। ਕਿੰਨਾ ਦਰਦ ਹੁੰਦਾ ਦੇਖੋ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਕਿੰਨਾ ਦਰਦ ਹੋਣਾ ਉਸ ਮਨੁੱਖ ਨੂੰ ਜਿਉਂਦੇ ਨੂੰ ਸੜਦਾ ਵੇਖ ਕੇ। ਸਮੇਂ ਦੀ ਸਰਕਾਰ ਦੇ ਆਗੂ ਸਾਰੇ ਹੱਸਦੇ ਨੇ, ਦੇਖੋ ਮੱਚ ਗਿਆ ਸਿੱਖ, ਉਹ ਮੱਚ ਗਿਆ। ਪਰ ਫਿਰ ਵੀ ਗੁਰੂ ਕੇ ਸਿੱਖ ਕਦੇ ਵੀ ਆਪਣਾ ਧਰਮ ਨਹੀਂ ਛੱਡਦੇ ਹੈ। ਕਹਿਣ ਤੋਂ ਭਾਵ ਸੀ, ਮੇਰਾ ਸ਼ਹਾਦਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਸ਼ੁਰੂ ਹੋ ਗਈਆਂ ਸਨ। ਫਿਰ ਇੱਕ ਸ਼ਲੋਕ ਉਚਾਰਨ ਕਰਿਆ, ਜਦੋਂ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਸੰਚਾਰ ਕੀਤਾ, ਉਦੋਂ ਲਾਹੌਰ ਦਾ ਖੱਤਰੀ ਭਾਈ ਦਇਆ ਰਾਮ ਜੀ ਜਦੋਂ ਅੰਮ੍ਰਿਤਸਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ, ਮੇਰਾ ਸਿਰ ਹਾਜ਼ਰ ਹੈ। ਮਹਾਰਾਜ ਪੁੱਛਦੇ, ਕਿੱਥੋਂ ਆਇਆ? ਕਹਿੰਦੇ ਜੀ ਲਾਹੌਰ ਤੋਂ। ਮਹਾਰਾਜ ਜੀ ਕਹਿੰਦੇ, ਉਹ ਲਾਹੌਰ ਜਿੱਥੇ ਏਡਾ ਪਾਪ ਹੋਇਆ। ਫਿਰ ਅਗਲਾ ਸ਼ਲੋਕ ਉਚਾਰਨ ਕਰਿਆ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਹੈ।
ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਸ਼ਹਾਦਤਾਂ ਸ਼ੁਰੂ ਹੋਈਆਂ। ਫਿਰ ਇਹ ਕੰਮ ਚੱਲਦਾ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇੱਕ ਭੂਆ ਸੀ ਜਿਹਦਾ ਨਾਮ ਸੀ ਬੀਬੀ ਵੀਰੋ। ਉਹਦੇ ਪੁੱਤਰ ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਮਾਮੇ ਦੇ ਪੁੱਤਰ, ਕਲਗੀਧਰ ਪਾਤਸ਼ਾਹ ਮਹਾਰਾਜ ਦਾ ਮਾਮਾ ਸੀ ਮਾਮਾ ਕਿਰਪਾਲ ਚੰਦ ਜੀ। ਫਿਰ ਉਹਦੇ ਪੁੱਤਰ ਹੋਏ ਕੌਣ? ਜੀਤਮਲ ਤੇ ਸੰਗੋਸ਼ਾ। ਉਹਨਾਂ ਦੀਆਂ ਵੀ ਸ਼ਹਾਦਤਾਂ। ਤੇ ਇਹ ਜਿਹੜਾ ਸ਼ਹਾਦਤਾਂ ਦਾ ਸਿਲਸਿਲਾ ਚੱਲਦਾ ਰਿਹਾ, ਇਹਦੇ ਮੋਢੀ ਸਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ। ਬੇੜਾ ਲਈ ਜਾਂਦੇ ਨੇ, ਸ਼ਹੀਦਾਂ ਦਾ ਬੇੜਾ ਭਰਿਆ ਹੋਇਆ ਹੈ। ਉਸ ਬੇੜੇ ਵਿੱਚ ਹਜ਼ਾਰਾਂ ਹੀ ਸ਼ਹੀਦ ਬੈਠੇ ਨੇ। ਕਿੱਥੋਂ? ਆਨੰਦਪੁਰ ਸਾਹਿਬ ਤੋਂ ਤੁਰ ਪਿਆ ਉਹ ਬੇੜਾ, ਸਰਸਾ ਤੇ ਆ ਗਿਆ। ਉਹ ਬੇੜਾ ਚਮਕੌਰ ਸਾਹਿਬ ਨੂੰ ਚਲਾ ਗਿਆ। ਉਹ ਬੇੜਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਚਲਾ ਗਿਆ। ਉਹ ਬੇੜਾ ਕੱਲ ਫਿਰ ਆਪ ਜੀ ਨੇ ਸਰਵਣ ਕਰਿਆ, ਉਹ ਬਹਿਲੋਲਪੁਰ ਪਿੰਡ ਦੇ ਵਿੱਚ ਦੀ ਹੁੰਦਾ ਹੋਇਆ ਮਾਛੀਵਾੜੇ ਦੇ ਵਿੱਚ ਪਹੁੰਚਿਆ। ਮਾਛੀਵਾੜੇ ਤੋਂ ਫਿਰ ਅੱਗੇ ਉਹ ਬੇੜਾ ਅੱਗੇ ਸ਼ਹੀਦਾਂ ਨੂੰ ਬਿਠਾ ਕੇ ਕਿੱਥੇ ਪਹੁੰਚ ਗਿਆ? ਅੱਜ ਰਾਏਕੋਟ, ਰਾਏਕੱਲੇ ਦੀ ਧਰਤੀ ਉੱਤੇ। ਮਹਾਰਾਜ ਦੇ ਨੀਲੇ ਵਸਤਰ ਪਾਏ ਹੋਏ ਨੇ ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨਾਲ ਤਿੰਨੋਂ ਹੀ ਸਿੱਖ ਨੇ ਨਵੇਂ ਰਲਦੇ ਜਾਂਦੇ ਨੇ ਅੱਗੇ। ਜਿੱਥੇ ਜਿੱਥੇ ਗੁਰੂ ਜੀ ਦੀ ਮਿਹਰ ਹੁੰਦੀ ਹੈ ਉੱਥੇ ਨਵੇਂ ਸਿੱਖ ਪੈਦਾ ਹੁੰਦੇ ਜਾਂਦੇ ਨੇ। ਕਾਫਲਾ ਵੱਧਦਾ ਗਿਆ। ਫਿਰ ਉਧਰ ਔਰੰਗਜ਼ੇਬ ਬੈਠਾ ਹੈ ਦਿੱਲੀ ਵਿੱਚ, ਤੇ ਉਹਦਾ ਜਿਹੜਾ ਸੂਬਾ ਸਰਹੰਦ ਹੈ ਉਹਨੂੰ ਫਿਕਰ ਹੈ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਇਕੱਲੇ ਜਿਉਂਦੇ ਬਚ ਕੇ ਲੰਘਣਗੇ ਚਮਕੌਰ ਦੀ ਗੜੀ ਵਿੱਚੋਂ। ਉਹਨਾਂ ਦੇ ਦੋ ਪੁੱਤਰ ਸ਼ਹੀਦ ਕਰਤੇ, ਉਹ ਟਿਕ ਕੇ ਬੈਠਣ ਵਾਲੇ ਨਹੀਂ ਹੈ। ਤੇ ਦੋ ਉਹਨਾਂ ਦੇ ਚਮਕੌਰ ਦੀ ਗੜੀ ਵਿੱਚ ਦੋ ਛੋਟੇ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ। ਮਾਤਾ ਜੀ ਸ਼ਹੀਦ ਹੋ ਗਏ, 5 ਮੈਂਬਰ ਸ਼ਹੀਦ ਹੋ ਗਏ, ਹੁਣ ਟਿਕਣ ਵਾਲੇ ਨਹੀਂ ਹੈ। ਜਿਵੇਂ ਬੁੱਧੂ ਸ਼ਾਹ ਫਕੀਰ ਹੋਇਆ ਤੇ ਉਹ ਜਿਹਦੇ ਭਗਾਣੀ ਦੇ ਯੁੱਧ ਵਿੱਚ ਬੁੱਧੂ ਸ਼ਾਹ 500 ਮਰੀਦ ਤੇ 2 ਪੁੱਤਰ ਸ਼ਹੀਦ ਕਰਵਾ ਦਿੱਤੇ ਸੀ। ਫਿਰ ਮਹਾਰਾਜ ਜੀ ਉਹਦੇ ਘਰ ਵੀ ਗਏ। ਫੌਜ ਨੇ ਘੇਰਾ ਪਾ ਲਿਆ। ਫੌਜ ਨੇ ਪੁੱਛਿਆ ਤੇਰੇ ਘਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ? ਉਹ ਕਹਿੰਦਾ ਹਾਂ ਮੇਰੇ ਘਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਚੰਗਾ, ਫਿਰ ਉਹਨਾਂ ਨੂੰ ਗ੍ਰਿਫਤਾਰ ਕਰਾ। ਪੀਰ ਕਹਿਣ ਲੱਗਿਆ ਜੇ ਮੈਂ ਗ੍ਰਿਫਤਾਰ ਕਰਾਤੇ ਤੇ ਫਿਰ ਮੇਰੀ ਤਾਂ ਤੁਹੀਨ ਹੈ ਇਸ ਗੱਲ ਵਿੱਚ ਦੀ, ਆਪਾਂ ਤਾਂ ਉਹਨੂੰ ਖਤਮ ਹੀ ਕਰਨਾ ਹੈ। ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰਕੇ ਆਪਣਾ ਰਸਤਾ ਜਿਹੜਾ ਪੱਧਰ ਕਰ ਲੈਣਾ। ਕਹਿੰਦੇ ਹਾਂ ਹੁਣ ਮੇਰੇ ਘਰ ਵਿੱਚ ਲੁਕੇ ਹੋਏ ਨੇ, ਮੈਂ ਹੁਣੀ ਮਾਰ ਕੇ ਉਹਨਾਂ ਨੂੰ ਫੇਰ ਆ ਕੇ ਤੁਹਾਨੂੰ ਸੁਨੇਹਾ ਦਿੰਦਾ ਹੈ। ਸਾਨੂੰ ਕੀ ਯਕੀਨ ਹੋਊਗਾ? ਤੁਹਾਨੂੰ ਯਕੀਨ ਇਸ ਕਰਕੇ ਹੋਊਗਾ ਮੈਂ ਤੁਹਾਨੂੰ ਉਹਨਾਂ ਦੇ ਖੂਨ ਦੀ ਬੋਤਲ ਭਰ ਕੇ ਲਿਆ ਦੂੰਗਾ ਇੱਕ। ਹੁਣ ਫੌਜਦਾਰ ਸਾਰੇ ਵੱਡੇ ਅਫਸਰ ਸੋਚਦੇ ਨੇ ਘਰ ਦੇ ਵਿੱਚ ਦੁੱਧ ਹੋ ਸਕਦਾ, ਚਾਹ ਹੋ ਸਕਦੀ ਹੈ, ਹੋਰ ਪਦਾਰਥ ਹੋ ਸਕਦੇ ਨੇ, ਕਿਸੇ ਦੇ ਘਰ ਦੇ ਵਿੱਚ ਖੂਨ ਦੀ ਬੋਤਲ ਨਹੀਂ ਹੋ ਸਕਦੀ। ਉਹ ਕਹਿਣ ਲੱਗੇ ਵੀ ਠੀਕ ਹੈ ਸਾਨੂੰ ਯਕੀਨ ਹੈ। ਪੀਰ ਆਪਣੇ ਘਰ ਅੰਦਰ ਗਿਆ, ਗੇੜੇ ਕੱਢਦਾ ਫਿਰਦਾ। ਮਹਾਰਾਜ ਪੁੱਛਦੇ ਨੇ ਕੀ ਕਾਰਨ ਹੋ ਗਿਆ? ਸੱਚੇ ਪਾਤਸ਼ਾਹ ਫੌਜ ਦਾ ਘੇਰਾ ਪਿਆ ਹੋਇਆ ਬਾਹਰ, 4 ਸਪੇਰੇ ਫੌਜ ਬੈਠੀ ਹੈ। ਤੇ ਉਹ ਕਹਿੰਦੇ ਨੇ ਬਈ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਜਾਂ ਤਾਂ ਜਿਉਂਦਿਆਂ ਨੂੰ ਤੇ ਜਾਂ ਫਿਰ ਮਾਰ ਕੇ ਉਹਨਾਂ ਨੂੰ ਸਾਨੂੰ ਖਬਰ ਦੇ। ਪੀਰ ਬੁੱਧੂ ਸ਼ਾਹ ਦਾ ਪੁੱਤਰ ਆ ਗਿਆ ਅੱਗੇ। ਉਹ ਕਹਿਣ ਲੱਗਿਆ ਕੀ ਹੋਇਆ? ਉਹ ਇਸ ਤਰ੍ਹਾਂ ਫੌਜ ਦੇ ਨਾਲ ਮੈਂ ਇੱਕ ਸ਼ਰਤ ਲਾ ਕੇ ਆਇਆ, ਮੈਂ ਤੁਹਾਨੂੰ ਉਹਨਾਂ ਦੇ ਖੂਨ ਦੀ ਬੋਤਲ ਦੇ ਦੇਣਾ। ਪੁੱਤਰ ਨੇ ਕਿਹਾ ਫਿਰ ਮੈਂ ਹਾਜ਼ਰ ਹਾਂ, ਜੇ ਮੇਰੀ ਇਹ ਸੇਵਾ ਪ੍ਰਵਾਨ ਹੋ ਜਾਵੇ ਨਾ ਤੇ ਫਿਰ ਮੈਂ ਇਹ ਕੰਮ ਕਰਨ ਵਾਸਤੇ ਤਿਆਰ ਹਾਂ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਆਪਾਂ ਜਿਹੜਾ ਘਰ ਦੇ ਵਿੱਚ ਆਇਆਂ ਦਾ ਸਤਿਕਾਰ ਕਰਨਾ ਹੈ। ਉਹ ਇਹ ਦੀਨ ਦੁਨੀਆ ਦਾ ਮਾਲਕ ਹੈ, ਇਹ ਤਾਂ ਆਪ ਪੁੱਤਰਾਂ ਦਾ ਦਾਨੀ ਹੈ। ਸ਼ਹਾਦਤਾਂ ਮੈਂ ਅਰਜ਼ ਕਰਦਾ ਉੱਥੇ ਸਿੱਖਾਂ ਦੀਆਂ ਬਹੁਤ ਹੈ, ਪੀਰ ਬੁੱਧੂ ਸ਼ਾਹ ਦੀਆਂ ਵੀ ਬਹੁਤ ਸ਼ਹਾਦਤਾਂ ਨੇ। 500 ਮਰੀਦ ਤੇ 4 ਪੁੱਤਰ ਸਨ ਪੀਰ ਦੇ, 4 ਪੁੱਤਰ। ਇੱਕ ਦਿਨ ਦੇ ਵਿੱਚ ਜਿਹੜਾ ਨਾ ਉਹ 360 ਮਰੀਦ ਜਿਹੜੇ ਸ਼ਹੀਦ ਹੋ ਗਏ। 360 ਕਬਰਾਂ ਪੁੱਟੀਆਂ ਗਈਆਂ ਸੀ ਸੰਢੌਰੇ ਸ਼ਹਿਰ ਦੇ ਵਿੱਚ। ਐ ਥਾਂ ਥਾਂ ਤੇ ਕਬਰਾਂ ਪੱਟ ਪੱਟ ਕੇ ਮਿੱਟੀ ਦਾ ਢੇਰ ਲੱਗਿਆ ਪਿਆ ਸੀ ਤੇ 2 ਪੁੱਤਰਾਂ ਦੀਆਂ ਕਬਰਾਂ। ਉਹ ਪੁੱਤਰ ਨੇ ਕਿਹਾ ਫਿਰ ਇਉਂ ਕਰੋ, ਜੇ ਤੁਸੀਂ ਕੀ ਕਹਿ ਕੇ ਆਏ ਹੋ? ਮੈਂ ਕਹਿ ਕੇ ਆਇਆ ਵੀ ਤੁਹਾਨੂੰ ਖੂਨ ਦੀ ਬੋਤਲ ਭਰ ਕੇ ਮੈਂ ਕਲਗੀਧਰ ਪਾਤਸ਼ਾਹ ਨੂੰ ਮਜਰੂ ਸ਼ਹੀਦ ਕਰਕੇ ਲਿਆ ਦਿੰਨਾ।
ਪੁੱਤਰ ਕਹਿਣ ਲੱਗਿਆ ਫਿਰ ਮੈਂ ਕਦੋਂ ਕੰਮ ਆਊਂਗਾ, ਮੈਂ ਹਾਜ਼ਰ ਹਾਂ ਪਿਤਾ ਜੀ, ਕਿਰਪਾ ਕਰ ਦੋ। ਤੇ ਪੁੱਤਰ ਨੂੰ ਫਿਰ ਉਸ ਪੀਰ ਨੇ ਕਿਹਾ, ਓਏ ਤੂੰ ਮੇਰੇ ਤਾਂ ਹੈ, ਹੁਣ ਤਾਂ ਬਸ ਇਕੱਲਾ ਹੀ ਰਹਿ ਗਿਆ, ਹੁਣ ਮੈਂ ਕਰੂੰਗਾ ਕੀ। ਉਸ ਪੁੱਤਰ ਨੇ ਕਿਹਾ, ਪਿਤਾ ਜੀ ਮੈਨੂੰ ਗੁਰੂ ਜੀ ਦੇ ਚਰਨਾਂ ਦੇ ਵਿੱਚ ਲੇਖੇ ਲਾ ਦਿਓ। ਫਕੀਰ ਨੇ ਹੱਥ ਬੰਨ੍ਹ ਕੇ ਆਖਿਆ, ਕਿਵੇਂ ਵਡਲਾ ਲਾਲ ਸਿਰ ਤੇਰਾ, ਉਹ ਪੁੱਤਰਾਂ ਦੀ ਮਮਤਾ ਬੁਰੀ, ਵਡਲਾ ਲਾਲ ਸਿਰ ਤੇਰਾ, ਪੁੱਤਰਾਂ ਦੀ ਮਮਤਾ ਬੁਰੀ। ਕਿਵੇਂ ਬਦਲਾ ਲਾਲ ਸਿਰ ਤੇਰਾ ਜੀ, ਪੁੱਤਰਾਂ ਦੀ ਮਮਤਾ ਬੁਰੀ। ਕਿਵੇਂ ਬਦਲਾ ਲਾਲ ਸਿਰ ਤੇਰਾ, ਪੁੱਤਰਾਂ ਦੀ ਮਮਤਾ ਬੁਰੀ। ਬਦਲਾ ਲਾਲ ਸਿਰ ਤੇਰਾ, ਪੁੱਤਰਾਂ ਦੀ ਮਮਤਾ ਬੁਰੀ। ਕਿਵੇਂ ਬਦਲਾ ਲਾਲ ਸਿਰ ਤੇਰਾ, ਪੁੱਤਰਾਂ ਦੀ ਮਮਤਾ ਬੁਰੀ। ਇਹ ਸਿੱਖਾਂ ਦੀਆਂ ਸ਼ਹਾਦਤਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਵੇਲੇ ਸੰਮਣ ਤੇ ਮੂਸਨ ਹੋਏ। ਮਹਾਰਾਜ ਜੀ ਨੂੰ ਭੋਜਨ ਛਕਾਉਣ ਬਦਲੇ ਆਪਣੇ ਪੁੱਤਰ ਦਾ ਜਿਹੜਾ ਨਾ ਉਹ ਬਲੀਦਾਨ ਦੇ ਦਿੱਤਾ ਸੀ ਸਿੱਖ ਨੇ। ਸੇੜ ਦੇ ਤਹਾਂ ਕੋਠੇ ਉੱਤੇ ਖੜੇ ਸੀ ਦੋਨੋਂ ਪਿਓ ਤੇ ਪੁੱਤਰ। ਉਧਰ ਅੰਮ੍ਰਿਤ ਵੇਲਾ ਹੋ ਗਿਆ, ਕੁੱਕੜ ਨੇ ਬਾਗ ਦੇ ਦਿੱਤੀ, ਚਾਟੀਆਂ ਵਿੱਚ ਮਧਾਣੀਆਂ ਖੜਕ ਪਈਆਂ। ਤੇ ਪੁੱਤਰ ਨੇ ਕਿਹਾ, ਪਿਤਾ ਜੀ ਜੇ ਆਪਾਂ ਇੱਥੇ ਪਾੜ ਤੇ ਫੜੇ ਗਏ ਨਾ ਤੇ ਫਿਰ ਦੇਖ ਲਓ ਆਪਾਂ ਨੂੰ ਤਾਂ ਘੱਟ ਕਹਿਣਗੇ, ਇਹ ਕਹਿਣਗੇ ਗੁਰੂ ਕੇ ਸਿੱਖ ਰਾਤਾਂ ਨੂੰ ਚੋਰੀਆਂ ਕਰਦੇ ਨੇ ਤੇ ਦਿਨੇ ਭੋਜਨ ਛਕਾਉਂਦੇ ਨੇ, ਇਹ ਨਹੀਂ ਹੋ ਸਕਦਾ। ਫਿਰ ਮੈਂ ਕੀ ਕਰਾਂ। ਉਸ ਪੁੱਤਰ ਨੇ ਵੀ ਫਿਰ ਇਹੀ ਗੱਲ ਆਖੀ ਸੀ, ਜਿਹੜੀ ਤੇਰੇ 3.5 ਫੁੱਟ ਦੀ ਸ਼ਮਸ਼ੀਰ ਪਾਈ ਹੈ ਇਹਨੂੰ ਕੱਢ ਲਾ। ਫਿਰ ਮੈਂ ਕੀ ਕਰਾਂ। ਕੱਢ ਕੇ ਇਸ ਤਰ੍ਹਾਂ ਕਰ ਪਿਤਾ ਜੀ, ਤੂੰ ਮੇਰਾ ਧੜ ਜਿਹੜਾ ਨਾ ਥੱਲੇ ਡਿੱਗ ਪੂ, ਸਿਰ ਵੱਢ ਕੇ ਲੈ ਜਾ। ਉਹ ਪੁੱਤਰਾ ਇਹ ਕੁਛ ਨਹੀਂ ਮੈਥੋਂ ਹੋਣਾ, ਜੇ ਨਹੀਂ ਹੋਣਾ ਤੇ ਫਿਰ ਇੱਥੇ ਪਾੜ ਤੇ ਫੜੇ ਜਾਵਾਂਗੇ। ਆਪਣੇ ਗੁਰੂ ਨੂੰ ਸਭ ਤੋਂ ਪਹਿਲਾਂ ਕਹਿਣਗੇ, ਆਪਣੇ ਗੁਰੂ ਨੂੰ ਲਾਜ ਦੇਖੀ ਜਾਊਗੀ, ਤੂੰ ਇਹ ਕੰਮ ਕਰ ਦੇ। ਪਿਤਾ ਨੇ ਤਲਵਾਰ ਕੱਢ ਲਈ। ਤਲਵਾਰ ਕੱਢ ਕੇ ਉਸ ਧੜ ਦੇ ਉੱਤੇ, ਸੀਸ ਦੇ ਉੱਤੇ ਮਾਰੀ, ਧੜ ਥੱਲੇ ਡਿੱਗ ਪਈ ਤੇ ਸੀਸ ਹੱਥ ਵਿੱਚ ਰਹਿ ਗਿਆ। ਤੇ ਸਵਾਲ ਜਵਾਬ ਦੋਨਾਂ ਦੇ ਉੱਥੇ ਵੀ ਇਹੀ ਹੋ ਰਹੇ ਸੀ, ਜਿਵੇਂ ਪੀਰ ਬੁੱਧੂ ਸ਼ਾਹ ਦੇ ਘਰ ਦੇ ਵਿੱਚ ਹੋ ਰਹੇ ਨੇ ਨਾ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਦੋ ਸਿੱਖ ਪਿਓ ਤੇ ਪੁੱਤਰ ਰਾਤ ਦਾ ਸਮਾਂ ਕੋਠੇ ਉੱਤੇ ਖੜੇ ਨੇ ਸ਼ਾਹੂਕਾਰ ਦੇ, ਤੇ ਦੋਨੋਂ ਹੀ ਇਹੀ ਗੱਲਾਂ ਕਰ ਰਹੇ ਨੇ ਵੀ ਤੂੰ ਆ ਜਿਹੜੀ ਹੁਣ ਕੱਚੇ ਮੋਹ ਦੀਆਂ ਪਿਤਾ ਤੰਦਾ ਕੱਟ ਦੇ ਜੱਗ ਰਹਿਣਾ ਨਹੀਂ ਸਦਾ। ਇਹ ਪੁੱਤਰ ਦੇ ਪਿਆਰ ਦੇ ਵਚਨ ਸੀ। ਤੇ ਪਿਤਾ ਨੇ ਵੀ ਇਹੀ ਗੱਲ ਆਖੀ ਸੀ। ਕਹਿਣ ਲੱਗਿਆ, ਪੁੱਤਰਾ ਮੈਂ ਤੇਰਾ ਕਿਵੇਂ ਸਿਰ ਵੱਢ ਲਾਂ। ਕਿਉਂ? ਉਹ ਇੱਕ ਨਾ ਦੇ ਘਰ ਪੁੱਤ, ਪੁੱਤਾਂ ਘਰ ਪੁੱਤਰ, ਇੱਕ ਨਾ ਦੇ ਘਰ ਧੀਆਂ, ਧੀਆਂ ਕਰ ਦੋਤਰੇ। ਪੁੱਤਰਾ ਮੈਂ ਇਸ ਤਰ੍ਹਾਂ ਕਿਵੇਂ ਕਰ ਲਾਂ। ਚੰਗਾ ਫਿਰ ਜੇ ਨਹੀਂ ਕਰਨਾ ਤਾਂ ਤੁਹਾਡੀ ਮਰਜ਼ੀ ਹੈ। ਇਹੋ ਗੱਲ ਪੁੱਤਰ ਨੇ ਵੀ ਆਖੀ, ਪਿਤਾ ਜੀ ਬਸ ਹੁਣ ਕਿਰਪਾ ਕਰੋ, ਮੇਰਾ ਸਿਰ ਲੈ ਜਾਓ ਵੱਢ ਕੇ। ਸਿਰ ਲੈ ਕੇ ਕੱਲਾ ਸਿੱਖ ਤੁਰਿਆ ਜਾਂਦਾ ਸੀ। ਉਹਨੇ ਵੀ ਹੱਥ ਮਾਰ ਕੇ ਹੀ ਆਖਿਆ, ਉਹ ਪੁੱਤਰ ਦੇ ਨਾਲ ਹੀ ਜਿਹੜਾ ਜਗ ਸੰਸਾਰ ਦੇ ਵਿੱਚ ਨਾ ਹੈ, ਹੁਣ ਮੈਂ ਕਿਵੇਂ ਘਰ ਵੜੂੰਗਾ। ਹੱਥ ਮਾਰਦਾ ਮੱਥੇ ਤੇ, ਹੱਥ ਮਾਰ ਕੇ ਮੱਥੇ ਤੇ ਸਿੱਖ ਆਖਦਾ, ਅੱਜ ਜੱਗ ਵਿੱਚੋਂ ਸਾਂਝ ਮੁੱਕ ਗਈ। ਹੱਥ ਮਾਰ ਕੇ ਮੱਥੇ ਤੇ ਸਿੱਖ ਆਖਦਾ, ਜੱਗ ਵਿੱਚੋਂ ਸਾਂਝ ਮੁੱਕ ਗਈ। ਹੱਥ ਮਾਰ ਕੇ ਮੱਥੇ ਤੇ ਸਿੱਖ ਆਖਦਾ, ਜੱਗ ਵਿੱਚੋਂ ਸਾਂਝ ਮੁੱਕੇਗੀ। ਹੱਥ ਮਾਰ ਕੇ ਮੱਥੇ ਤੇ ਸਿੱਖ ਆਖਦਾ, ਜੱਗ ਵਿੱਚੋਂ ਸਾਂਝ ਮੁੱਕੇਗੀ। ਮਾਰ ਕੇ ਮੱਥੇ ਤੇ ਸਿੱਖ ਆਖਦਾ, ਜੱਗ ਵਿੱਚੋਂ ਸਾਂਝ ਮੁੱਕੇਗੀ।
ਹੱਥ ਮਾਰ ਕੇ ਮੱਥੇ ਤੇ ਸਿੱਖ ਆਖਦਾ ਜਗ ਵਿੱਚੋਂ ਸਾਂਝ ਮੁੱਕ ਗਈ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ। ਹੁਣ ਉਹ ਪੁੱਤਰ ਕਹਿਣ ਲੱਗਿਆ, ਫਿਰ ਮੈਂ ਕਦੋਂ ਕੰਮ ਆਊ। ਪੀਰ ਨੇ ਆਪਣੇ ਪੁੱਤਰ ਦੀ ਸ਼ਾਹ ਰਗ ਵੱਢੀ, ਇੱਕ ਖੂਨ ਦੀ ਬੋਤਲ ਭਰ ਕੇ ਲਿਆ ਕੇ ਫੌਜ ਨੂੰ ਫੜਾਤੀ। ਆ ਚੱਕੋ, ਆਪਾਂ ਗੁਰੂ ਦਾ ਜਿਹੜਾ ਨਾ ਉਹ ਘੁੱਗਾ ਚਿੱਤ ਕਰ ਦਿੱਤਾ, ਚੱਕਤਾ ਗੁਰੂ। ਹੁਣ ਤੁਹਾਨੂੰ ਕੋਈ ਜਿਹੜਾ ਉਹ ਡਰ ਨਹੀਂ, ਫਿਕਰ ਨਹੀਂ ਹੈ, ਬੇਫਿਕਰ ਹੋ ਕੇ ਫਿਰੀ ਜਾਓ। ਆਹ ਲੈ ਜਾਓ ਖੂਨ ਦੀ ਬੋਤਲ। ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਗਈ ਬੋਤਲ। ਕਹਿੰਦੇ ਜੀ ਗੁਰੂ ਸ਼ਹੀਦ ਕਰ ਦਿੱਤਾ, ਮਾਰ ਦਿੱਤਾ ਗੁਰੂ। ਪੀਰ ਬੁੱਧੂ ਸ਼ਾਹ ਨੇ ਮਾਰ ਦਿੱਤਾ ਪੀਰ ਨੂੰ। ਅੱਛਾ, ਕਹਿੰਦੇ ਆ ਉਹਦੇ ਘਰ ਦੇ ਵਿੱਚ ਖੂਨ ਦੀ ਬੋਤਲ ਮਿਲੀ ਆ। ਉਹਦਾ ਫਿਰ ਅੱਗੇ ਜਾ ਕੇ ਵੈਦ ਬੜੇ ਤਕੜੇ ਬੁਲਾਏ, ਸਾਰੇ ਵਜ਼ੀਰ ਅਹਿਲਕਾਰ ਬੈਠੇ ਨੇ ਵੀ ਇਹ ਚੈੱਕ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੂਨ ਹੈ ਜਾਂ ਕਿਸੇ ਦਾ ਹੋਰ ਖੂਨ ਹੈ। ਜਦੋਂ ਬੋਤਲ ਪਈ ਹੈ ਸਾਹਮਣੇ ਖੂਨ ਦੀ ਭਰੀ ਹੋਈ, ਤਾਂ ਉਸ ਵਕਤ ਸਾਰੇ ਵਿਦਵਾਨਾਂ ਨੇ, ਸਾਰੇ ਵੈਦ ਹਕੀਮਾਂ ਨੇ ਕਿਹਾ ਗਿਆ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੂਨ ਨਹੀਂ ਹੋ ਸਕਦਾ। ਕਹਿੰਦੇ ਕਿਉਂ? ਉਹ ਜੇ ਅਗਰ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੂਨ ਹੁੰਦਾ, ਉਹਨੂੰ ਬੋਤਲ ਪਾਟ ਜਾਣੀ ਸੀ। ਉਹ ਜਿਹੜਾ 10 ਲੱਖ ਦੀ ਫੌਜ ਤੋਂ ਨਹੀਂ ਡਰਿਆ ਗੁਰੂ, 8 ਮਹੀਨਿਆਂ ਦਾ ਘੇਰਾ ਪਿਆ ਰਿਹਾ ਆਨੰਦਗੜ੍ਹ ਦੇ ਕਿਲੇ ਨੂੰ, ਉੱਥੋਂ ਨਹੀਂ ਗੁਰੂ ਡਰਿਆ। ਤੇ ਜੇ ਕਿਤੇ ਅਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੂਨ ਹੁੰਦਾ, ਇਸ ਬੋਤਲ ਵਿੱਚ ਟਿਕ ਕੇ ਕਿਵੇਂ ਰਹਿ ਜਾਂਦਾ? ਇਹ ਨਹੀਂ ਹੋ ਸਕਦਾ। ਫਿਰ ਬਾਅਦ ਵਿੱਚ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ ਗਿਆ। ਭਾਵ ਮੇਰਾ ਕਹਿਣ ਤੋਂ ਮਹਾਰਾਜ ਜੀ ਦਾ ਬੇੜਾ ਚੱਲ ਰਿਹਾ ਸੀ, ਉਸ ਬੇੜੇ ਵਿੱਚ ਪੀਰ ਬੁੱਧੂ ਸ਼ਾਹ ਵੀ, ਉਹਦੇ 4 ਪੁੱਤਰ, 700 ਮਰੀਦ ਬੈਠਾ ਹੈ। ਬੇੜਾ ਅੱਜ ਤੁਰਿਆ ਜਾਂਦਾ ਹੈ, ਅੱਜ ਰਾਏਕੋਟ ਦੀ ਧਰਤੀ ਉੱਤੇ ਪਹੁੰਚ ਗਿਆ। ਰਾਏ ਕੱਲੇ ਦੇ ਖੇਤਾਂ ਵਿੱਚ ਜਾ ਕੇ ਮਹਾਰਾਜ ਜੀ ਨੇ ਇੱਕ ਬਾਗ, ਸੁੱਕਿਆ ਹੋਇਆ ਬਾਗ ਹੈ, ਉਹਦੇ ਵਿੱਚ ਜਾ ਕੇ ਮਹਾਰਾਜ ਜੀ ਨੇ ਆਸਣ ਲਾ ਲਿਆ ਆਪਣਾ। ਜਦੋਂ ਬਾਗ ਵਿੱਚ ਬੈਠੇ ਤੇ ਉਹ ਬਾਗ ਹਰਿਆ ਭਰਿਆ ਹੋ ਗਿਆ। ਇਹਨੇ ਨੂੰ ਨੂਰਾ ਮਾਹੀ, ਰਾਏ ਕੱਲੇ ਦਾ ਪਾਲੀ ਹੈ ਜਿਹੜਾ ਨਾ, ਉਹਦਾ ਨਾਮ ਹੈ ਨੂਰਾ ਮਾਹੀ। ਉਹ ਮੱਝਾਂ ਚਾਰਦਾ ਫਿਰਦਾ ਹੈ, ਹੱਥ ਵਿੱਚ ਸੋਟਾ ਫੜਿਆ ਹੋਇਆ ਹੈ, ਪਿੱਛੇ ਪਿੱਛੇ ਮੱਝਾਂ ਦੇ ਫਿਰਦਾ ਹੈ। ਤੇ ਦੇਖਿਆ ਆ ਬੜੇ ਸੁੰਦਰ, ਕਿੰਨੇ ਵਧੀਆ ਸਰਦਾਰ ਬੈਠੇ ਨੇ, ਇਹਨਾਂ ਦਾ ਚਿਹਰਾ ਕਿਹੋ ਜਿਹਾ, ਕਿੰਨਾ ਦਗਦਗ ਕਰਦਾ ਹੈ। ਕਿਉਂਕਿ ਕੋਈ ਨਾਮ ਜਪਣ ਵਾਲੀ ਰੂਹ ਹੋਵੇ, ਗੁਰੂਆਂ ਦੀ ਗੱਲ ਕਰਦਾ ਮੈਂ, ਸਾਧ ਬੂਬਣਿਆਂ ਦੀ ਨਹੀਂ, ਗੁਰੂਆਂ ਦੀ। ਕਿਉਂਕਿ ਨਾਮ ਗੁਰੂਆਂ ਨੇ ਜਪਿਆ ਹੈ, ਪਰਮਾਤਮਾ ਦਾ ਨਾਮ ਦਿੱਤਾ ਅੱਗੇ। ਉਹ ਦਿਨੇ ਕਿਸੇ ਨੇ ਚਲੋ ਕੋਈ ਮਿਸਤਰੀ ਬਣ ਗਿਆ ਤੇ ਕੋਈ ਹੋਰ ਕਮਾਈ ਕਰਕੇ ਕੋਈ ਨਾ ਕੋਈ ਬਣ ਗਿਆ, ਪਰ ਜਿੱਥੋਂ ਮਿਲਿਆ ਗੁਣ ਉਹਦੀ ਕਦਰ ਕਰੋ। ਅੱਗੇ ਇਹਨਾਂ ਨੇ ਤਾਂ ਜਪ ਲਿਆ, ਪਰ ਉਹਦੀ ਕਦਰ ਕਰੋ ਜਿੱਥੋਂ ਇਹ ਚੀਜ਼ ਆਈ ਹੈ। ਉਹ ਕੌਣ ਹੈ? ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ। ਤੇ ਵੇਖ ਕੇ ਉਹ ਜਿਹੜਾ ਨੂਰਾ ਮਾਹੀ ਸੀ ਨਾ, ਆਪਣੇ ਆਪ ਆ ਕੇ ਚੱਲਣਾ ਤੇ ਡਿੱਗ ਪਿਆ। ਤੇ ਦੇਖਿਆ ਬੜਾ ਜਿਹੜਾ ਉਹ ਰਾਜੇ ਵੀ ਲੱਗਦੇ ਨੇ, ਕੋਈ ਫਕਰ ਫਕੀਰ ਵੀ ਲੱਗਦੇ ਨੇ। ਤੇ ਆ ਕੇ ਨੂਰਾ ਮਾਹੀ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਨਮਸਕਾਰ ਕਰੀ। ਤੁਧ ਡਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਹੈ। ਜਦੋਂ ਨੂਰੇ ਮਾਹੀ ਨੇ ਆ ਕੇ ਮੱਥਾ ਟੇਕਿਆ, ਮਹਾਰਾਜ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਖਿਆ, ਨੂਰਿਆ ਦੁੱਧ ਛਕਾ ਦੇ, ਵੀ ਦੁੱਧ ਪੀਣ ਵਾਸਤੇ ਆਏ ਅਸੀਂ, ਬੜੀ ਭੁੱਖ ਲੱਗੀ ਹੈ। ਨੂਰੇ ਮਾਹੀ ਨੇ ਕਿਹਾ, ਸੱਚੇ ਪਾਤਸ਼ਾਹ ਮੈਂ ਹੁਣੀ ਸਾਰੀਆਂ ਮੱਝਾਂ ਚੋ ਕੇ ਨਾ ਘਰ ਦੁੱਧ ਪਾ ਕੇ ਰਾਏ ਕੱਲੇ ਦੇ ਤੇ ਸਾਰੀਆਂ ਮੱਝਾਂ ਲੈ ਕੇ ਆਇਆ। ਇੱਕ ਅਵਸਰ ਝੋਟੀ ਫਿਰਦੀ ਹੈ, ਮਹਾਰਾਜ ਨੇ ਉਧਰ ਨੂੰ ਹੱਥ ਕਰ ਦਿੱਤਾ, ਉਂਗਲ ਕਰ ਦਿੱਤੀ ਉਧਰ ਨੂੰ। ਸੱਚੇ ਪਾਤਸ਼ਾਹ ਕਹਿਣ ਲੱਗੇ, ਨੂਰਿਆ ਜਿਹੜੀ ਉਹ ਸਾਹਮਣੇ ਝੋਟੀ ਖੜੀ ਹੈ ਨਾ, ਉਹਨੂੰ ਚੋ ਕੇ ਲਿਆ। ਹੱਥ ਬੰਨ ਲੈ ਸੱਚੇ ਪਾਤਸ਼ਾਹ, ਤਾਂ ਅਵਸਰ ਝੋਟੀ ਹੈ, ਦੁੱਧ ਨਹੀਂ ਦਿੰਦੀ ਹੈ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਬਚਨ ਹੋਇਆ ਅਗਲਾ, ਕਹਿੰਦੇ ਥਾਪੀ ਮਾਰ ਕੇ ਬੈਠ ਜਾ, ਇਹ ਦੁੱਧ ਦੇਊਗੀ। ਜਦੋਂ ਨੂਰਾ ਮਾਹੀ ਉਸ ਕੋਲੇ ਪਹੁੰਚਿਆ, ਥਾਪੀ ਦਿੱਤੀ, ਉਹ ਮੱਝ ਨੇ ਦੁੱਧ ਲਾ ਲਿਆ। ਤੇ ਅਗਲਾ ਵਚਨ ਕਰਿਆ ਨੂਰੇ ਮਾਹੀ ਨੇ, ਸੱਚੇ ਪਾਤਸ਼ਾਹ ਹੁਣ ਮੇਰੇ ਕੋਲੇ ਕੋਈ ਭਾਂਡਾ ਵੀ ਹੈ ਨਹੀਂ। ਇਹ ਕਰਾਮਾਤ ਨਹੀਂ ਹੈ ਗੁਰੂ ਦੀ, ਕਰਾਮਾਤ ਕਹਿਰ ਹੈ, ਪਰ ਇਹ ਗੁਰੂ ਦੀ ਵਡਿਆਈ ਹੈ।
ਨੂਰੇ ਮਾਈ ਨੇ ਕਿਹਾ ਸੱਚੇ ਪਾਤਸ਼ਾਹ ਮੇਰੇ ਕੋਲੇ ਕੋਈ ਭਾਂਡਾ ਵੀ ਹੈ ਨਹੀਂ, ਮੈਂ ਦੁੱਧ ਚੋਵਾਂ ਕਾਹਦੇ ਵਿੱਚ। ਮਹਾਰਾਜ ਜੀ ਨੇ ਨਿਗਾਹ ਮਾਰੀ ਕਿ ਗੰਗਾ ਸਾਗਰ ਪਿਆ ਹੈ ਕੋਲੇ ਨੇੜੇ ਸਾਹਮਣੇ, ਜਿਹਦੇ ਵਿੱਚ 288 ਸੇਕ ਨੇ। ਮਹਾਰਾਜ ਜੀ ਕਹਿੰਦੇ ਨੂਰਿਆ ਆ ਜਿਹੜਾ ਪਿਆ ਨਾ ਗੰਗਾ ਸਾਗਰ ਇਹ ਚੁੱਕ ਕੇ ਲੈ ਕੇ ਆ। ਕੋਲੇ ਲਿਆਂਦਾ, ਜਰਦਾ ਖਾਧਾ ਹੋਇਆ। ਫਿਰ ਇਤਿਹਾਸਕਾਰ ਲਿਖਦੇ ਨੇ ਇੰਨੇ ਛੇਕ ਉਹਦੇ ਵਿੱਚ, ਭਾਵ ਗਲੀਆਂ। ਮਹਾਰਾਜ ਕਹਿਣ ਲੱਗੇ ਇਹਦੇ ਵਿੱਚ ਦੁੱਧ ਚੋ ਲਿਆ। ਨੂਰਾ ਮਾਹੀ ਫੇਰ ਹੱਸ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਇਹਦੇ ਵਿੱਚ ਦੁੱਧ ਕਿਵੇਂ ਖੜੂਗਾ, ਦੇਖੋ ਤਾਂ ਅਸੀਂ ਕਿੰਨੇ ਛੇਕ ਨੇ ਇਹਦੇ ਵਿੱਚ। ਮਹਾਰਾਜ ਕਹਿਣ ਲੱਗੇ ਨਹੀਂ, ਜਾ ਤੂੰ ਦੁੱਧ ਚੋ ਕੇ ਲਿਆ, ਇਹਦੇ ਵਿੱਚ ਦੁੱਧ ਨਹੀਂ ਨਿਕਲੂਗਾ। ਨੂਰਾ ਮਾਹੀ ਗਿਆ, ਜਾ ਕੇ ਜਦੋਂ ਦੁੱਧ ਚੋਇਆ ਇੱਕ ਬੂੰਦ ਵੀ ਬਾਹਰ ਨਹੀਂ ਨਿਕਲੀ। ਲਿਆ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪੇਸ਼ ਕਰ ਦਿੱਤਾ। ਸੱਚੇ ਪਾਤਸ਼ਾਹ ਆ ਲਓ, ਨੂਰੇ ਦੀ ਸ਼ਰਧਾ ਵੱਜ ਗਈ, ਸੱਚਮੁੱਚ ਕੋਈ ਪੀਰ ਹੈ, ਬਲੀ ਹੈ, ਅੱਲਾ ਹੈ। ਤੇ ਇੰਨੀ ਕੁ ਸ਼ਰਧਾ ਵੱਜ ਗਈ ਨੂਰੇ ਮਾਹੀ ਦੀ। ਲਿਆ ਕੇ ਦੁੱਧ ਫੜਾਇਆ ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਦੁੱਧ ਛਕ ਲਿਆ। ਦੁੱਧ ਛਕ ਕੇ ਤੇ ਮਹਾਰਾਜ ਜੀ ਬੈਠੇ ਨੇ, ਭੱਜ ਕੇ ਰਾਏ ਕੱਲੇ ਦੇ ਕੋਲ ਗਿਆ ਨੂਰਾ ਮਾਹੀ, ਜਾ ਕੇ ਕਹਿਣ ਲੱਗਾ ਤੇਰੇ ਬਾਗ ਵਿੱਚ ਓਏ ਅੱਜ ਖੁਦਾ ਨਹੀਂ, ਖੁਦਾ ਦਾ ਮਾਲਕ ਨਹੀਂ, ਖੁਦਾ ਦਾ ਬੰਦਾ ਨਹੀਂ, ਸੱਚਮੁੱਚ ਮੱਕੇ ਦਾ ਮਾਲਕ ਤੇਰੇ ਉਸ ਜੰਗਲਾਂ ਵਿੱਚ ਬੈਠਾ ਹੈ, ਤੇਰੀ ਧਰਤੀ ਉੱਤੇ ਬੈਠਾ ਹੈ। ਜਾ ਜਾ ਕੇ ਦਰਸ਼ਨ ਕਰ ਲੈ। ਤੇ ਸੱਚਮੁੱਚ ਰਾਏ ਕੱਲੇ ਨੇ ਜਾ ਕੇ ਜੋ ਅਰਜ਼ ਕਰੀ, ਬੇਨਤੀ ਕਰੀ, ਉਹ ਚੱਲ ਤਾਂ ਸਹੀ ਜਾ ਕੇ। ਉਹ ਇਹੋ ਜੀ ਰੂਹ ਹੈ ਕਿਹੋ ਜੀ ਉਹ ਦਾਤਾ ਤੇਜ ਚੱਲਿਆ ਨਾ ਜਾਵੇ, ਉਹ ਜਿਹੜੀ ਰੂਹ ਰਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ, ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ, ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ, ਜਿਹੜੀ ਰੂਹ ਨਾਮ ਜਪਦੀ ਤੇਜ ਚੱਲਿਆ ਨਾ ਜਾਵੇ, ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ, ਜਿਹੜੀ ਰੂਹ ਨਾਮ ਜਪਦੀ। ਜਦੋਂ ਰਾਏ ਕੱਲੇ ਨੂੰ ਇਹ ਜਾ ਕੇ ਦੱਸਿਆ, ਜਿਹੜੀ ਆਪਣੀ ਅਵਸਰ ਝੋਟੀ ਸੀ ਉਹਨਾਂ ਦੀ ਉਂਗਲ ਹੋ ਗਈ ਉਧਰ ਨੂੰ ਸਿੱਧੀ ਤੇ ਉਹ ਦੁੱਧ ਦੇਣ ਲੱਗ ਗਈ। ਤੇ ਦੂਸਰਾ ਗੁਣ ਦੱਸਿਆ ਬਈ ਗੰਗਾ ਸਾਗਰ 288 ਸੇਕ ਸੀ ਉਹਦੇ ਵਿੱਚ, ਗਲੀਆਂ ਗਲਿਆ ਪਿਆ ਸੀ ਇਸ ਤਰ੍ਹਾਂ। ਤੇ ਉਹਦੇ ਵਿੱਚ ਦੁੱਧ ਚੋਇਆ, ਇੱਕ ਵੀ ਬੂੰਦ ਬਾਹਰ ਨਹੀਂ ਨਿਕਲੀ। ਤੇ ਚੱਲ ਤੇਰੇ ਭਾਗ ਜਾਗ ਪਏ। ਤੇ ਤੀਸਰੀ ਗੱਲ ਦੱਸੀ, ਜਿਹੜੇ ਬਾਗ ਵਿੱਚ ਬੈਠੇ ਨੇ ਉਹ ਬਾਗ ਹਰਾ ਭਰਾ ਹੋਇਆ ਪਿਆ ਹੈ, ਸਾਰੀ ਬਨਸਪਤੀ ਇਸ ਤਰ੍ਹਾਂ ਉਹਨਾਂ ਕੰਨੀ ਜਿਹੜੀ ਉਹ ਨਮਸਕਾਰਾਂ ਕਰ ਰਹੀ ਹੈ। ਤੇ ਰਾਏ ਕੱਲਾ ਕਹਿਣ ਲੱਗਾ ਫਿਰ ਇਸ ਤਰ੍ਹਾਂ ਨਹੀਂ ਮਿਲਣਾ ਚਾਹੀਦਾ ਪੀਰ ਬਲੀ ਅੱਲਾ ਨੂੰ। ਕੁਝ ਭੇਟਾ ਲੈ ਕੇ ਚੱਲੀ ਉਹਨਾਂ ਵਾਸਤੇ, ਕੀਮਤੀ ਬੜੇ ਸੁੰਦਰ ਦਸਾਲੇ ਲਏ, ਸੁੱਚੇ ਮੋਤੀਆਂ ਦਾ ਥਾਲ ਭਰ ਲਿਆ, ਨਾਲ ਆਪਣੀ ਸੈਨਾ ਲੈ ਲਈ, ਨਾਲ ਰਾਣੀਆਂ ਲੈ ਲੀਆਂ। ਤੇ ਜਦੋਂ ਆ ਕੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰੇ ਨਾ, ਮਹਾਰਾਜ ਜੀ ਬੈਠੇ ਨੇ ਬਾਹਰ, ਦਰਸ਼ਨ ਕਰਨ ਸਾਰੇ ਬਸ ਉਹਨਾਂ ਦੇ ਹੋ ਕੇ ਰਹਿ ਗਿਆ। ਸੱਚੇ ਪਾਤਸ਼ਾਹ ਤੂੰ ਧੰਨ ਹੈ। ਫਿਰ ਬੈਠ ਕੇ ਗੱਲਾਂ ਬਾਤਾਂ ਕਰੀਆਂ। ਪੁੱਛਿਆ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦਾ ਕਿਲਾ, ਮਹਾਰਾਜ ਜੀ ਕਹਿੰਦੇ ਮੈਂ ਛੱਡ ਆਇਆ। ਅੱਛਾ, ਫਿਰ ਅੱਗੇ ਸਾਰਾ ਬਰਤਾਂਤ ਮਹਾਰਾਜ ਜੀ ਨੇ ਸੁਣਾ ਦਿੱਤਾ। ਚਮਕੌਰ ਸਾਹਿਬ ਦਾ ਜਵਾਨੀ ਸੁਣਾ ਦਿੱਤਾ, ਮਾਚੀਵਾੜੇ ਦਾ ਜਵਾਨੀ ਸੁਣਾ ਦਿੱਤਾ। ਤੇ ਛੋਟਿਆਂ ਦੀ ਵਾਰੀ ਆ ਗਈ, ਛੋਟੇ ਸਾਹਿਬਜ਼ਾਦਿਆਂ ਦੀ। ਕਹਿਣ ਲੱਗੇ ਉਹ ਮੇਰੇ ਲਾਲ ਤੇ ਮਾਤਾ ਮੇਰੇ ਨਾਲੋਂ 7 ਪੋਹ ਨੂੰ ਸਰਸਾ ਤੋਂ ਵਿਛੜ ਕੇ ਉਹਨਾਂ ਦਾ ਹਾਲ ਪਤਾ ਮੰਗਾਉਣਾ। ਮੈਂ ਕੋਈ ਜਾ ਸਕਦਾ ਸਰਹੰਦ ਦੀ ਧਰਤੀ ਉੱਤੇ? ਨੂਰਾ ਮਾਹੀ ਉੱਠ ਕੇ ਖੜਾ ਹੋ ਗਿਆ। ਸੱਚੇ ਪਾਤਸ਼ਾਹ ਉੱਥੇ ਮੇਰੀ ਭੈਣ ਨਾ ਨੂਰਾ ਵਿਆਹੀ ਹੋਈ ਹੈ, ਸਰਹੰਦ ਦੀ ਧਰਤੀ ਵਿੱਚ ਮੇਰੀ ਭੈਣ ਹੈ ਨੂਰਾ, ਮੈਥੋਂ ਛੋਟੀ ਹੈ, ਉਹ ਵਿਆਹੀ ਹੋਈ ਹੈ ਤੇ ਮੈਂ ਖਬਰ ਲਿਆ ਸਕਦਾ ਹਾਂ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਉੱਠ ਕੇ ਖੜੇ ਹੋ ਗਏ, ਨੂਰੇ ਮਾਹੀ ਨੂੰ ਬੁੱਕਲ ਵਿੱਚ ਲੈ ਕੇ ਆਖਿਆ ਨੂਰਿਆ ਫਿਰ ਜਾ ਕਰ ਕਿਰਪਾ ਕੀ, ਲਿਆ ਦੇ ਨੂਰਿਆ
ਖਬਰ ਮੇਰੇ ਲਾਲਾਂ ਦੀ ਲਿਆ ਦੇ ਨੂਰਿਆ ਜਾ ਕੇ ਖਬਰ ਮੇਰੇ ਲਾਲਾਂ ਦੀ ਲਿਆ ਦੇ ਨੂਰਿਆ ਜਾ ਕੇ ਖਬਰ ਮੇਰੇ ਲਾਲਾਂ ਦੀ ਉਹ ਲਿਆ ਦੇ ਨੂਰਿਆ ਜਾ ਕੇ ਖਬਰ ਮੇਰੇ ਲਾਲਾਂ ਦੀ ਜਾ ਕੇ ਖਬਰ ਮੇਰੇ ਲਾਲਾਂ ਦੀ ਲਿਆ ਦੇ ਨੂਰਿਆ ਜਾ ਕੇ ਖਬਰ ਮੇਰੇ ਲਾਲਾਂ ਦੀ ਲਿਆ ਦੇ ਨੂਰਿਆ ਜਾ ਕੇ ਖਬਰ ਮੇਰੇ ਲਾਲਾਂ ਦੀ ਲਿਆ ਦੇ ਨੂਰਿਆ ਜਾ ਕੇ ਖਬਰ ਮੇਰੇ ਲਾਲਾਂ ਦੀ ਲਿਆ ਦੇ ਨੂਰ ਜਾ ਕੇ ਖਬਰ ਮੇਰੇ ਲਾਲਾਂ ਦੀ ਲਿਆ ਦੇ ਨੂਰ ਜਾ ਕੇ ਖਬਰ ਮੇਰੇ ਲਾਲਾਂ ਦੀ ਲਿਆ ਦੇ ਨੂਰਿਆ ਜਾ ਕੇ ਖਬਰ ਮੇਰੇ ਲਾਲਾਂ ਦੀ ਲਿਆ ਦੇ ਨੂਰ ਜਾ ਕੇ ਖਬਰ ਮੇਰੇ ਲਾਲਾਂ ਦੀ 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 ਜੀ ਖਬਰ ਮੇਰੇ ਲਾਲਾਂ ਦੀ ਓ ਖਬਰ ਮੇਰੇ ਲਾਲਾਂ ਦੀ ਖਬਰ ਮੇਰੇ ਲਾਲਾਂ ਦੀ ਲਿਆ ਦੇ ਨੂਰਿਆ ਜਾ ਕੇ ਖਬਰ ਮੇਰੇ ਲਾਲਾਂ ਦੀ ਲਿਆ ਦੇ ਨੂਰਿਆ ਜਾ ਕੇ ਖਬਰ ਮੇਰੇ ਲਾਲਾਂ ਦੀ ਲਿਆ ਦੇ ਨੂਰਿਆ ਜਾ ਕੇ ਖਬਰ ਮੇਰੇ ਲਾਲਾਂ ਦੀ ਲਿਆ ਦੇ ਨੂਰਿਆ ਜਾ ਕੇ ਖਬਰ ਮੇਰੇ ਲਾਲਾਂ ਦੀ ਲਿਆ ਦੇ ਨੂਰਿਆ ਜਾ ਕੇ ਖਬਰ ਮੇਰੇ ਲਾਲਾਂ ਦੀ ਜੀ ਲਿਆ ਦੇ ਨੂਰਿਆ ਜਾ ਕੇ ਖਬਰ ਮੇਰੇ ਲਾਲਾਂ ਦੀ ਬੜੀ ਗਾਲੀ ਦੇ ਨਾਲ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਫਿਰ ਨੂਰੇ ਮਾਹੀ ਨੂੰ ਇੱਕ ਇਤਿਹਾਸ ਲਿਖਦਾ ਵੀ ਮਹਾਰਾਜ ਜੀ ਨੇ ਘੋੜਾ ਵੀ ਦਿੱਤਾ ਉਹਨੂੰ ਵੀ ਤੂੰ ਇਹਦੇ ਤੇ ਜਾ ਛੇਤੀ ਨਾਲ ਮੇਰੇ ਲਾਲਾਂ ਦੀ ਖਬਰ ਲਿਆ ਕੇ ਦਿਆ ਦੱਸ ਮੇਰੇ ਲਾਲ ਕਿਵੇਂ ਨੇ ਤੇ ਇੱਕ ਇਤਿਹਾਸ ਲਿਖਦਾ ਨੂਰਾ ਮਾਹੀ ਤੁਰ ਕੇ ਗਿਆ ਜਿਹੜਾ ਉਹ ਰਸਤਾ ਬੜਾ ਵਿਖੜਾ ਸੀ ਕਹਿੰਦੇ ਤੁਰ ਕੇ ਨੂਰਾ ਮਾਹੀ ਮਹਾਰਾਜ ਤੋਂ ਆਗਿਆ ਲੈ ਕੇ ਨਮਸਕਾਰ ਕਰਕੇ ਸੱਚੇ ਪਾਤਸ਼ਾਹ ਤੁਸੀਂ ਮੇਰੇ ਸਿਰ ਤੇ ਹੱਥ ਰੱਖ ਦੇ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤੋਂ ਫਿਰ ਨੂਰਾ ਮਾਹੀ ਸਰਹੰਦ ਦੀ ਧਰਤੀ ਉੱਤੇ ਆਪਣੀ ਭੈਣ ਛੋਟੀ ਭੈਣ ਨੂਰਾਂ ਦੇ ਘਰ ਪਹੁੰਚਿਆ ਸੀ ਜਾ ਕੇ ਜਦੋਂ ਸਰਹੰਦ ਦੀ ਧਰਤੀ ਦੇ ਵਿੱਚ ਵੜਿਆ ਨਾ ਵਾਤਾਵਰਨ ਦਾ ਤਾਂ ਉੱਥੋਂ ਹੀ ਪਤਾ ਲੱਗ ਗਿਆ ਸੀ ਸਾਰਾ ਦਰਖਤ ਵੀ ਰੋਂਦੇ ਸੀ ਕੰਧਾਂ ਵੀ ਰੋਂਦੀਆਂ ਸੀ ਏਡਾ ਵੱਡਾ ਪਾਪ ਹੋਇਆ ਤੇ ਕਈ ਦਿਨ ਸੰਗਤਾਂ ਦੇ ਲੋਕਾਂ ਦੇ ਘਰਾਂ ਦੇ ਵਿੱਚ ਚੁੱਲ੍ਹਿਆਂ ਵਿੱਚ ਅੱਗ ਨਹੀਂ ਸੀ ਪਈ ਜਦੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਸੀ ਤੇ ਧੰਨ ਗੁਰੂ ਤੇ ਗੁਰੂ ਕੇ ਲਾਲ ਆਪਣੀ ਸਿੱਖੀ ਕਮਾ ਗਏ ਪਰ ਉਹ ਧਰਮ ਤੋਂ ਨਹੀਂ ਡੋਲੇ ਨੂਰਾ ਮਾਹੀ ਹੌਲੀ ਹੌਲੀ ਸਰਹੰਦ ਦੀ ਧਰਤੀ ਵਿੱਚ ਤੁਰਿਆ ਜਾਂਦਾ ਹੈ ਜਿਹੜੇ ਘਰ ਕੰਨੀ ਦੇਖਦਾ ਹੈ ਉਸ ਘਰ ਦੇ ਵਿੱਚ ਸੋਗ ਪਿਆ ਹੋਇਆ ਸਾਰੇ ਇਸ ਤਰ੍ਹਾਂ ਨੀਵੀਆਂ ਪਾਈ ਬੈਠੇ ਨੇ ਤੇ ਜਿਹੜਾ ਵੀ ਕਿਸੇ ਬੱਚੇ ਨੂੰ ਵੀ ਦੇਖਦਾ ਉਹਦੀ ਵੀ ਅੱਖਾਂ ਵਿੱਚ ਹੰਝੂ ਨੇ ਦਰਖਤਾਂ ਕੰਨੀ ਵੇਖਦਾ ਉਹ ਵੀ ਮਰਝਾਏ ਪਏ ਨੇ ਦਰਖਤ ਵੀ ਸਾਰੇ ਤੇ ਨੂਰੇ ਮਾਹੀ ਦੇ ਮਨ ਦੇ ਵਿੱਚ ਆ ਗਈ ਬਈ ਭਾਣਾ ਤਾਂ ਜਿਹੜਾ ਸੀ ਨਾ ਉਹ ਵਰਤ ਚੁੱਕਿਆ ਹੈ ਪਰ ਚਲੋ ਹੁਣ ਮੈਨੂੰ ਮਹਾਰਾਜ ਨੇ ਭੇਜਿਆ ਮੈਂ ਸਾਰੀ ਜਵਾਨੀ ਜਾ ਕੇ ਖਬਰ ਸੁਣਾਉਣੀ ਹੈ ਮੇਰੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਆਪਣੀ ਭੈਣ ਦੇ ਘਰ ਵਿੱਚ ਪਹੁੰਚਿਆ ਦਰਵਾਜ਼ੇ ਸਾਰੇ ਗੇਟ ਖੁੱਲੇ ਪਏ ਨੇ ਤੇ ਭੈਣ ਜਿਹੜਾ ਨਾ ਉਹ ਵਿਹੜੇ ਵਿੱਚ ਬੈਠੀ ਹੈ ਬਾਲ ਖੁੱਲੇ ਨੇ ਚੁੱਲ੍ਹੇ ਠੰਡੇ ਪਏ ਨੇ ਸਾਰੇ ਤੇ ਜਾ ਕੇ ਜਦੋਂ ਨੂਰਾ ਮਾਹੀ ਨੇ ਆਵਾਜ਼ ਮਾਰੀ ਆਪਣੀ ਭੈਣ ਨੂੰ ਭੈਣ ਉੱਠ ਕੇ ਘਿਲਗਤ ਆਪਣੇ ਭਰਾ ਦੇ ਗਲ ਨੂੰ ਚਿੰਬੜ ਕੇ ਰੋਣ ਲੱਗ ਪਈ ਉੱਚੀ ਉੱਚੀ ਰੋਂਦੀ ਹੈ ਨੂਰਾ ਮਾਹੀ ਬਥੇਰਾ ਸਮਝਾਉਂਦਾ ਭੈਣ ਮੇਰੀ ਗੱਲ ਤਾਂ ਸੁਣ
ਉਹ ਮੈਂ ਗੁਰੂ ਕੇ ਲਾਲਾਂ ਦੀ ਖਬਰ ਲੈਣ ਵਾਸਤੇ ਆਇਆ। ਭੈਣ ਕਹਿਣ ਲੱਗੀ, ਓਏ ਉਹ ਛੋਟੇ ਛੋਟੇ ਬਾਲ ਮਾਸੂਮ ਸੂਬਾ ਸਰਹੰਦ ਪਾਪੀ ਨੇ, ਸੁੱਚੇ ਨੰਦ ਵਰਗਿਆਂ ਨੇ ਉਹਨਾਂ ਨੂੰ ਚਿਣ ਕੇ ਸ਼ਹੀਦ ਕਰ ਦਿੱਤਾ। ਜੋ ਵਾਰਤਾਲਾਪ ਹੋਈ, ਆਓ ਧਾਰਨਾ ਇੱਕ ਵਾਰੀ ਦੁਹਰਾ ਦਿਓ, ਕੱਲ੍ਹ ਨੂੰ ਇਸ ਧਾਰਨਾ ਤੋਂ ਫਿਰ ਸ਼ੁਰੂ ਕਰਾਂਗੇ। ਭੈਣ ਗਲ ਨੂੰ ਚਿੰਬੜ ਕੇ ਉੱਚੀ ਉੱਚੀ ਕਹਿ ਰਹੀ ਹੈ, ਦੋ ਲਾਲ ਮਾਸੂਮਾਂ ਨੂੰ। ਵੀਰਾ ਦੋ ਛੋਟੇ ਛੋਟੇ ਲਾਲ ਸੀ, 7 ਸਾਲ ਤੇ 9 ਸਾਲ ਦੇ ਸਾਹਿਬਜ਼ਾਦੇ ਸੀ। ਉਹਨਾਂ ਨੂੰ ਪਤਾ ਹੈ ਦੋ ਲਾਲ ਮਾਸੂਮਾਂ ਨੂੰ ਵੀਰ ਵੇਦੀਆਂ ਵਿੱਚ ਚੁਣਾਤਾ। 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 ਵੀਰ ਵੇਦੀਆਂ ਵਿੱਚ ਚੁਣਾਤਾ। ਦੋ ਬਾਲ ਮਾਸੂਮਾਂ ਨੂੰ ਵੀਰ ਵੇਦੀਆਂ ਵਿੱਚ ਚੁਣਾਤਾ। ਆਓ ਇਸ ਉਤਾਰਨਾ ਤੋਂ ਕੱਲ੍ਹ ਨੂੰ ਸ਼ੁਰੂ ਕਰਾਂਗੇ। ਧੰਨਵਾਦ ਹੈ ਸਾਰੀਆਂ ਸੰਗਤਾਂ ਦਾ। ਇਹ ਮਹਾਨ ਸ਼ਹੀਦਾਂ ਦਾ ਜਿਹੜਾ ਦਿਨ ਚੱਲ ਰਿਹਾ ਹੈ, ਭਾਵੇਂ ਅੱਗੇ 20 ਜਨਵਰੀ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਆਗਮਨ ਪੁਰਬ ਹੈ, ਪੋਹ ਸੁਦੀ 7 ਦਾ। ਇਸ ਕਰਕੇ ਉਹ 20 ਜਨਵਰੀ ਦਾ ਮਹਾਰਾਜ ਦਾ ਅਵਤਾਰ ਦਿਹਾੜਾ ਹੈ। ਧੰਨਵਾਦ ਹੈ ਸਾਰੀਆਂ ਸੰਗਤਾਂ ਜੋ ਅੰਮ੍ਰਿਤ ਵੇਲੇ ਜੁੜ ਕਰਕੇ ਆਪਣੇ ਗੁਰੂਆਂ ਦੇ ਪਰਉਪਕਾਰ ਚੇਤੇ ਕਰਕੇ ਯਾਦ ਕਰਦੇ ਆ। ਸਾਡੀ ਹਾਜ਼ਰੀ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਲਨਾਂ ਵਿੱਚ ਲੱਗਦੀ ਹੈ। ਬਹੁਤ ਬਹੁਤ ਧੰਨਵਾਦ ਹੈ। ਅੱਜ ਸਾਡਾ ਜਿਹੜਾ ਬਾਬੇ ਮੱਠ ਦੇ ਕੋਲੇ ਖੂਹ ਬਣਿਆ ਹੋਇਆ ਹੈ, ਬਾਬਾ ਮੋਤੀ ਮਹਿਰਾ ਜੀ ਦੀ ਯਾਦ ਵਿੱਚ। ਧੰਨ ਬਾਬਾ ਖਵਾਜਾ ਵਲੀ ਮਹਾਰਾਜ ਜੀ ਜੋ ਜਲ ਦੇ ਇੱਕ ਸਭ ਤੋਂ ਵੱਡੇ ਦੇਵਤੇ ਹੈ। ਜਿਵੇਂ ਅੱਜ ਕਿਸਾਨ ਵੀਰ ਕਹਿੰਦੇ ਨੇ ਨਾ ਬਈ ਉਹ ਜਿਹੜਾ ਬਿੱਲ ਆ ਉਹ ਸਾਰਿਆਂ ਦੇ ਉੱਤੇ ਲਾਗੂ ਹੈ, ਤੇ ਧੰਨ ਬਾਬਾ ਖਵਾਜਾ ਵਲੀ ਜੀ ਮਹਾਰਾਜ ਜੀ ਵੀ ਸਭ ਤੇ ਲਾਗੂ ਹਨ, ਕਿਉਂਕਿ ਪਾਣੀ ਬਿਨਾਂ ਕਿਸੇ ਨੂੰ ਨਹੀਂ ਸਰਦਾ। ਜਲ ਦੇ ਭਵਾਨੀ ਦੇਵਤਾ ਹੈ, ਉਹਨਾਂ ਦੀ ਜਗ੍ਹਾ ਬਣੀ ਹੋਈ ਹੈ ਬਾਬੇ ਮੱਠ ਦੇ ਨਾਲ ਬਿਲਕੁਲ। ਅੱਜ ਉੱਥੇ ਭੋਗ ਪੈਣੇ ਨੇ, ਕਥਾ ਕੀਰਤਨ ਵੀ ਹੋਊਗਾ ਤੇ ਦੁੱਧ ਦਾ ਲੰਗਰ ਚੱਲ ਰਿਹਾ ਅੱਜ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਸ਼ੁਰੂ ਹੋ ਗਿਆ। ਸਾਰਾ ਦਿਨ ਫਿਰ ਦੁੱਧ ਦਾ ਲੰਗਰ ਚੱਲਦਾ ਬਾਬੇ ਮੋਤੀ ਮਹਿਰੇ ਦੀ ਯਾਦ ਵਿੱਚ। ਉੱਥੇ ਵੀ ਪ੍ਰੋਗਰਾਮ ਹੈ, ਜਿਨ੍ਹਾਂ ਕੋਲ ਸਮਾਂ ਭਾਈ ਜ਼ਰੂਰ ਉੱਥੇ ਵੀ ਦਰਸ਼ਨ ਦਿਓ। ਪ੍ਰਬੰਧਕ ਕਮੇਟੀ ਦਾ ਉੱਥੋਂ ਦਾ ਹੁਕਮ ਸੀ ਮੈਨੂੰ ਵੀ ਜ਼ਰੂਰ ਤੁਸੀਂ ਬੋਲ ਦਿਓ। ਚਲੋ ਕੋਈ ਨਾ ਕੋਈ ਆ ਜਾਂਦਾ, ਜੁੜ ਜਾਂਦਾ ਗੁਰੂ ਦੇ ਨਾਲ, ਕਿਸੇ ਦਾ ਭਲਾ ਹੋ ਜਾਂਦਾ ਹੈ। ਤੇ ਉੱਥੇ 10:30 ਵਜੇ ਸਮਾਪਤੀ ਹੋ ਜਾਣੀ ਹੈ। ਜਿਨ੍ਹਾਂ ਕੋਲ ਸਮਾਂ ਜ਼ਰੂਰ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ। ਰਾਮ ਕਲੀ ਮਹਲਾ ਤੀਜਾ, ਆਨੰਦ ਏਕ ਓੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ ਸਹਿਜ ਜੀਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸਭ ਤੋਤਾ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ। ਨਾਨਕ ਆਨੰਦ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਨਾਲ ਆਓ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰਾ। ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ। ਸਦਾ ਸ਼ਬਦ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸੱਚ। ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ। ਹਰ ਸ਼ਾਂਤ ਸੁਖ ਮਨ ਆਈ ਵਸਿਆ ਜਿਨੀ ਇੱਛਾ
ਤਪ ਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸੱਚਾ। ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਅੱਜ ਭਾਗੈ ਸ਼ਬਦ ਬਾਜੇ ਕਲਾ ਜਿਤ ਕਰਤਾਰੀਆ। ਪੰਜ ਦੂਤ ਤੋਦ ਵਸ ਕੀਤੇ ਕਾਲ ਕੰਟਕ ਮਾਰਿਆ। ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਨਾਨਕ ਤੈ ਜੋ ਕੋ ਆਦਿਤ ਘਰ ਅਨਾਦ ਬਾਜੇ। ਆਨੰਦ ਸੁਨੋ ਬੜ ਭਾਗੀਓ ਸਗਲੇ ਮਨੋਰਥ ਪੂਰੇ। ਹਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਦੇ ਪ੍ਰੀਤ ਕਹਤੇ ਪਵਿੱਤ ਸਤਿਗੁਰ ਆ ਭਰਪੂਰੇ। ਬੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਪ੍ਰੀਤ ਕਹਤੇ ਪਵਿੱਤ ਸਤਿਗੁਰ ਆ ਭਰਪੂਰੇ। ਬੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ। ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇ ਅੱਗੇ ਅਰਦਾਸ।